Dear student, we know that when a charged particle enters a uniform magnetic field at any angle other than 0 degree and 180 degree, then the charged particle experiences a force, and that force is known as Lorentz magnetic force. ਇਹਦਾ ਜਿਹੜਾ ਫਾਰਮੂਲਾ ਅਸੀਂ ਆਲਰੇਡੀ ਡਿਸਕਸ ਕੀਤਾ ਹੈ ਕਿ ਲੌਰੈਂਜ਼ ਮੈਗਨੈਟਿਕ ਫੋਰਸ ਜਿਹੜੀ ਹੈ ਇਟ ਇਜ਼ ਗਿਵਨ ਬਾय q v ਵੈਕਟਰ ਕ੍ਰਾਸ b ਵੈਕਟਰ। ਲੌਰੈਂਜ਼ ਫੋਰਸ ਦਾ ਫਾਰਮੂਲਾ q v ਵੈਕਟਰ ਕ੍ਰਾਸ b ਵੈਕਟਰ। ਜੇਕਰ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਪੈਰਲਲ ਐਂਟਰ ਕਰਦਾ ਹੈ ਜਾਂ ਮੈਗਨੈਟਿਕ ਫੀਲਡ ਦੇ ਐਂਟੀ ਪੈਰਲਲ ਮੂਵ ਕਰਦਾ ਹੈ ਤਾਂ ਅਸੀਂ ਸਟੱਡੀ ਕੀਤਾ ਸੀ ਕਿ ਚਾਰਜ ਪਾਰਟੀਕਲ ਦੇ ਉੱਪਰ ਕੋਈ ਵੀ ਫੋਰਸ ਐਕਟ ਨਹੀਂ ਕਰਦੀ। ਮੰਨ ਲਓ ਕਿ ਸਾਡਾ ਚਾਰਜ ਪਾਰਟੀਕਲ ਜਿਹੜਾ ਹੈ ਐਟ ਐਨੀ ਐਂਗਲ ਅਦਰ ਦੈਨ 0 ਐਂਡ 180 ਡਿਗਰੀ ਜਿਹੜਾ ਐਂਟਰ ਕਰ ਗਿਆ, ਫਿਰ ਉਹਦੇ ਉੱਪਰ ਜਿਹੜੀ ਹੈ ਫੋਰਸ ਲੱਗੇਗੀ ਐਂਡ ਦੈਟ ਫੋਰਸ ਅਕੋਰਡਿੰਗ ਟੂ ਲੌਰੈਂਜ਼ is given by q v vector cross b vector. Now the question arises, if current carrying wire is placed in the magnetic field, then what will happen to the current carrying wire? ਹੁਣ question ਹੈ ਚਾਰਜ ਪਾਰਟੀਕਲ ਦੀ ਗੱਲ ਨਹੀਂ ਕਰ ਰਿਹਾ, ਹੁਣ ਕਰੰਟ ਕੈਰਿੰਗ ਵਾਇਰ ਹੈ, ਜੇ ਉਹਨੂੰ ਮੈਂ ਮੈਗਨੈਟਿਕ ਫੀਲਡ 'ਚ ਰੱਖਾਂ ਕੀ ਉਹਦੇ ਉੱਪਰ ਵੀ ਜਿਹੜੀ ਹੈ ਫੋਰਸ ਐਕਟ ਕਰੇਗੀ? ਆਓ ਇਹਦੇ ਬਾਰੇ ਜਿਹੜਾ ਅੱਜ ਦੇ ਆਰਟੀਕਲ ਦੇ ਵਿੱਚ ਅਸੀਂ ਜਿਹੜਾ ਹੈ ਆਪਾਂ ਸਟੱਡੀ ਕਰਨਾ ਹੈ। ਤੇ ਅੱਜ ਦਾ ਸਾਡਾ ਜਿਹੜਾ ਆਰਟੀਕਲ ਹੈ the force acting on a current carrying wire placed in a uniform magnetic field। ਸਾਡਾ ਆਰਟੀਕਲ ਕੀ ਹੈ ਕਿ ਅੱਜ ਅਸੀਂ ਕਰੰਟ ਕੈਰਿੰਗ ਵਾਇਰ ਨੂੰ ਮੈਗਨੈਟਿਕ ਫੀਲਡ ਦੇ ਅੰਦਰ ਰੱਖ ਦੇਣਾ ਹੈ, ਉਹਦੇ ਉੱਪਰ ਵੀ ਜਿਹੜੀ ਹੈ ਫੋਰਸ ਐਕਟ ਕਰਦੀ ਹੈ। ਉਹ ਕਿੰਨੀ ਫੋਰਸ ਹੋਏਗੀ ਉਹਦੀ ਅੱਜ ਅਸੀਂ ਜਿਹੜੀ ਹੈ ਕੈਲਕੂਲੇਸ਼ਨ ਕਰਨ ਜਾ ਰਹੇ ਹਾਂ। ਨਾਓ ਕੁਐਸਚਨ ਹੈ ਕਿ ਕਰੰਟ ਕੈਰਿੰਗ ਵਾਇਰ ਉੱਪਰ ਫੋਰਸ ਕਿੱਥੋਂ ਆ ਗਈ? ਸਭ ਨਾਲ ਪਹਿਲਾਂ ਧਿਆਨ ਨਾਲ ਦੇਖੋ ਕਿ ਕਰੰਟ ਕੈਰਿੰਗ ਵਾਇਰ ਵਿੱਚ ਹੁੰਦਾ ਕੀ ਹੈ। ਕਰੰਟ ਕੈਰਿੰਗ ਵਾਇਰ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਨੇ ਦੇ ਮੂਵਸ ਵਿਦ ਦਾ ਡ੍ਰਿਫਟ ਵੈਲੋਸਿਟੀ। ਅਸੀਂ ਸੈਕੰਡ ਯੂਨਿਟ ਪੜਿਆ ਕਿ ਕਰੰਟ ਉਦੋਂ ਪੈਦਾ ਹੁੰਦਾ ਹੈ ਜਦੋਂ ਇਲੈਕਟ੍ਰੋਨ ਜਿਹੜੇ ਨੇ ਡ੍ਰਿਫਟ ਹੁੰਦੇ ਨੇ। ਇਹਦਾ ਮਤਲਬ ਕਰੰਟ ਕੈਰਿੰਗ ਵਾਇਰ ਵਿੱਚ ਕੀ ਹੈਗਾ, ਇਲੈਕਟ੍ਰੋਨ ਨੇ ਤੇ ਉਹ ਜਿਹੜੇ ਨੇ ਮੂਵ ਕਰਦੇ ਨੇ। ਇਹਦਾ ਮਤਲਬ ਜੇ ਇਲੈਕਟ੍ਰੋਨ ਨੇ ਉਹ ਮੂਵ ਕਰ ਰਹੇ ਨੇ, ਇਹਦਾ ਮਤਲਬ ਇਲੈਕਟ੍ਰੋਨ ਉੱਪਰ ਚਾਰਜ ਵੀ ਹੈ, ਉਹਨਾਂ ਦੀ ਜਿਹੜੀ ਹੈ ਡ੍ਰਿਫਟ ਵੈਲੋਸਿਟੀ ਵੀ ਹੈ ਤੇ ਉਤੋਂ ਅਸੀਂ ਮੈਗਨੈਟਿਕ ਫੀਲਡ ਵੀ ਲਗਾਇਆ ਹੈ। ਇਹਦਾ ਮਤਲਬ ਜਿੰਨੇ ਵੀ ਉਹ ਇਲੈਕਟ੍ਰੋਨਸ ਨੇ ਵਾਇਰ ਦੇ ਅੰਦਰ ਜਿਹੜੇ ਡ੍ਰਿਫਟ ਹੋ ਰਹੇ ਨੇ ਉਹਨਾਂ ਉੱਪਰ ਜਿਹੜੀ ਹੈ ਫੋਰਸ ਐਕਟ ਕਰੇਗੀ। ਉਹ ਕਿਹੜੀ ਫੋਰਸ ਹੋਏਗੀ? ਲੌਰੈਂਜ਼ ਮੈਗਨੈਟਿਕ ਫੋਰਸ। ਉਹ ਫੋਰਸ ਇਲੈਕਟ੍ਰੋਨ ਜਿਹੜੇ ਨੇ ਐਕਸਪੀਰੀਅੰਸ ਕਰਨਗੇ, ਪਰ ਇਲੈਕਟ੍ਰੋਨ ਕਿੱਥੇ ਨੇ? ਵਾਇਰ ਦੇ ਅੰਦਰ। therefore that force is transferred to the wire। ਉਹ ਫੋਰਸ ਜਿਹੜੀ ਹੈ ਵਾਇਰ ਨੂੰ ਮਿਲੇਗੀ। ਅਸੀਂ ਕਹਾਂਗੇ ਕਿ ਕਰੰਟ ਕੈਰਿੰਗ ਵਾਇਰ ਨੂੰ ਜਦੋਂ ਮੈਗਨੈਟਿਕ ਫੀਲਡ 'ਚ ਰੱਖਦੇ ਹਾਂ ਤੇ ਉਹਦੇ ਉੱਪਰ ਜਿਹੜੀ ਹੈ ਉਹ ਫੋਰਸ ਐਕਟ ਕਰਦੀ ਹੈ। आई थिंक कि ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਕਰੰਟ ਕੈਰਿੰਗ ਵਾਇਰ ਉੱਪਰ ਫੋਰਸ ਕਿਉਂ ਐਕਟ ਕੀਤੀ, ਕਿਉਂਕਿ ਕਰੰਟ ਕੈਰਿੰਗ ਵਾਇਰ ਦੇ ਅੰਦਰ ਚਾਰਜ ਪਾਰਟੀਕਲ ਨੇ ਇਲੈਕਟ੍ਰੋਨ, ਤੇ ਜਦੋਂ ਉਹ ਮੈਗਨੈਟਿਕ ਫੀਲਡ 'ਚ ਆ ਗਏ ਉਹਨਾਂ ਤੇ ਫੋਰਸ ਲੱਗੇਗੀ ਤੇ ਉਹ ਇਲੈਕਟ੍ਰੋਨ ਹੈ ਕਿਥੇ? ਵਾਇਰ ਦੇ ਅੰਦਰ, ਤੇ ਇਹਦਾ ਮਤਲਬ ਸਾਰੀ ਫੋਰਸ ਕਿਹਦੇ ਉੱਪਰ ਲੱਗੇਗੀ? ਤੁਹਾਡੀ ਕਰੰਟ ਕੈਰਿੰਗ ਵਾਇਰ ਦੇ ਉੱਪਰ ਜਿਹੜੀ ਹੈ ਉਹ ਐਕਟ ਕਰੇਗੀ। ਆਓ ਅਸੀਂ ਇਸ ਦਾ ਜਿਹੜਾ ਹੈ ਅੱਜ ਆਪਾਂ ਇਹਦਾ ਆਰਟੀਕਲ ਜਿਹੜਾ ਹੈ ਆਪਾਂ ਇਹਨੂੰ ਪ੍ਰੂਵ ਕਰਦੇ ਹਾਂ। ਮੰਨ ਲਓ ਕਿ ਸਾਡੇ ਕੋਲ एक करंट कैरिंग वायर है यानी कि कंडक्टर है जिस दी जड़ी लेंथ है इट इज L। करंट कैरिंग वायर है, लेंथ होगी L, ते जिदा एरिया ऑफ क्रॉस सेक्शन इट इज कैपिटल A। दिस इज द यूनिफॉर्म एरिया ऑफ क्रॉस सेक्शन A। इस वायर दे विचों जेड़ा करंट फ्लो कर रहा है इट इज along x dash to x। इस डायरेक्शन ਦੇ ਵਿੱਚ ਜਿਹੜਾ ਹੈ ਕਰੰਟ ਵਾਇਰ ਦੇ ਵਿੱਚ ਫਲੋ ਕਰ ਰਿਹਾ I, ਤੇ ਕਰੰਟ ਕਿਹਦੇ ਕਰਕੇ ਆਏਗਾ? ਡਿਊ ਟੂ
the motion of electron ਤੇ ਇਲੈਕਟ੍ਰੋਨ ਦੇ ਉੱਪਰ ਕਿਹੜਾ ਚਾਰਜ ਹੁੰਦਾ ਹੈ ਨੈਗੇਟਿਵ ਤੇ ਅਸੀਂ ਇਹ ਨੈਗੇਟਿਵ ਇਲੈਕਟ੍ਰੋਨ ਜਿਹੜਾ ਚਾਰਜ ਆਪਾਂ ਸ਼ੋ ਕਰਤਾ ਇਹ ਜਿਹੜਾ ਕਰੰਟ ਫਲੋ ਕਰ ਰਿਹਾ ਅਲੋਂਗ ਦਿਸ ਸਾਈਡ ਤੇ ਸਾਨੂੰ ਪਤਾ ਹੈ ਜਿੱਧਰ ਨੂੰ ਕਰੰਟ ਆਏਗਾ ਉਹਦੇ ਆਪੋਜੀਟ ਸਾਡੀ ਜਿਹੜੀ ਹੈ ਇਲੈਕਟ੍ਰੋਨ ਦੀ ਜਿਹੜੀ ਹੈ ਉਹ ਡ੍ਰਿਫਟ ਹੁੰਦੀ ਹੈ ਇਹਦਾ ਮਤਲਬ ਜੇ ਕਰੰਟ ਇਜ਼ ਅਲੋਂਗ ਦਿਸ ਸਾਈਡ therefore the drift velocity of electron will be opposite to the current ਅਸੀਂ ਕਰੰਟ ਨੂੰ ਜਿਹੜਾ ਇੱਥੋਂ ਜਿਹੜਾ ਇੱਥੇ ਸ਼ੋ ਕਰ ਦਿੰਦੇ ਆ ਕਿ ਕਰੰਟ ਜਿਹੜਾ ਹੈ is flowing like this ਤੇ ਜੇ ਕਰੰਟ ਇਸ ਤਰ੍ਹਾਂ ਫਲੋ ਕਰ ਰਿਹਾ ਤੇ ਜਿਹੜੇ ਇਲੈਕਟ੍ਰੋਨ ਦੀ ਜਿਹੜੀ ਡ੍ਰਿਫਟ ਹੋਏਗੀ ਉਹ ਕਰੰਟ ਦੇ ਸਾਡੀ ਜਿਹੜੀ ਹੈ ਉਹ ਆਪੋਜੀਟ ਹੋਏਗੀ now this current carrying wire is placed in the uniform magnetic field ਇਹ ਕਰੰਟ ਕੈਰਿੰਗ ਵਾਇਰ ਜਿਹੜੀ ਹੈ ਸਾਡੀ ਮੈਗਨੈਟਿਕ ਫੀਲਡ 'ਚ ਪਈ ਹੈ ਤੇ ਇਸ ਮੈਗਨੈਟਿਕ ਫੀਲਡ ਨੇ ਕਰੰਟ ਕੈਰਿੰਗ ਜਿਹੜੀ ਸਾਡੀ ਵਾਇਰ ਹੈ ਕਰੰਟ ਦੇ ਨਾਲ ਉਹਨੇ ਜਿਹੜਾ ਐਂਗਲ ਬਣਾਇਆ ਹੈ ਸਪੋਜ਼ ਇਟ ਇਜ਼ ਥੀਟਾ ਤੇ ਕੰਡਕਟਰ ਦਾ ਜਿਹੜਾ ਨੇਮ ਹੈ ਅਸੀਂ ਲਿਖ ਦਿੰਦੇ ਹਾਂ ਸਪੋਜ਼ PQ ਨਾਓ ਡਾਇਗਰਾਮ ਵਿੱਚ ਕੀ ਹੈ PQ ਇਟ ਇਜ਼ ਅ ਕੰਡਕਟਰ ਲੈਂਥ ਕਿੰਨੀ ਹੈ L ਏਰੀਆ ਆਫ ਕ੍ਰੋਸ ਸੈਕਸ਼ਨ ਕਿੰਨਾ ਹੈ ਉਹ ਕੈਪੀਟਲ A ਤੇ ਕਰੰਟ ਕਿੰਨਾ ਫਲੋ ਕਰ ਰਿਹਾ ਵਿੱਚੋਂ I ਤੇ ਜਿੱਧਰ ਨੂੰ ਕਰੰਟ ਜਾਏਗਾ ਉਹਦੇ ਆਪੋਜੀਟ ਸਾਡੇ ਜਿਹੜੇ ਇਲੈਕਟ੍ਰੋਨ ਡ੍ਰਿਫਟ ਕਰਨਗੇ ਨਾਓ ਵਾਟ ਇਜ਼ VD ਇਟ ਇਜ਼ ਅ ਡ੍ਰਿਫਟ ਵੈਲੋਸਿਟੀ ਆਫ ਇਲੈਕਟ੍ਰੋਨ ਐਂਡ ਦਿਸ ਕਰੰਟ ਕੈਰਿੰਗ ਵਾਇਰ ਇਜ਼ ਪਲੇਸਡ in a uniform magnetic field B and which makes an angle theta with the direction of current current ਦੇ ਨਾਲ ਉਹਨੇ ਜਿਹੜਾ ਹੈ ਐਂਗਲ ਜਿਹੜਾ ਬਣਾਇਆ ਸਾਡੇ ਕੋਲ ਕਿੰਨਾ ਹੈਗਾ ਥੀਟਾ now what will happen now ਇਲੈਕਟ੍ਰੋਨ ਜਿਹੜਾ ਹੈ ਸਾਡਾ ਚਾਰਜ ਪਾਰਟੀਕਲ ਹੈ ਜੇ ਇਲੈਕਟ੍ਰੋਨ ਸਾਡਾ ਚਾਰਜ ਪਾਰਟੀਕਲ ਹੈ ਇਹਦਾ ਮਤਲਬ ਇਲੈਕਟ੍ਰੋਨ ਨੇ ਜਿਹੜੀ ਫੋਰਸ ਐਕਸਪੀਰੀਅੰਸ ਕਰਨੀ ਹੈ ਕਿਉਂ ਕਿਉਂਕਿ ਇਲੈਕਟ੍ਰੋਨ ਜਿਹੜਾ ਹੈ ਮੈਗਨੈਟਿਕ ਫੀਲਡ ਦੇ ਅੰਡਰ ਆ ਗਿਆ ਇਹਦਾ ਮਤਲਬ ਇਹ ਜਿਹੜਾ ਇਲੈਕਟ੍ਰੋਨ ਹੈ ਇਟ ਵਿਲ ਐਕਸਪੀਰੀਅੰਸ ਅ ਫੋਰਸ which according to Lorentz is given by ਉਹ ਫਾਰਮੂਲਾ ਸਾਨੂੰ ਪਤਾ ਹੈ now first of all we will write the force experienced by each electron in magnetic field ਮੈਗਨੈਟਿਕ ਫੀਲਡ ਵਿੱਚ ਹਰ ਇੱਕ ਇਲੈਕਟ੍ਰੋਨ ਕਿੰਨੀ ਫੋਰਸ ਐਕਸਪੀਰੀਅੰਸ ਕਰੇਗਾ ਉਹ ਜਿਹੜੀ ਸਾਡੀ ਫੋਰਸ ਹੋਏਗੀ ਉਹ ਕੀ ਆਏਗੀ ਸਾਡੇ ਕੋਲ E ਅੱਗੇ ਆ ਜਾਏਗਾ ਸਾਡੇ ਕੋਲ VD ਕ੍ਰਾਸ B ਤੇ ਇੱਥੇ ਜਿਹੜਾ ਹੈ ਅਸੀਂ ਜਿਹੜਾ ਮਾਈਨਸ ਦਾ ਸਾਈਨ ਨਾਲ ਅਸੀਂ ਜਿਹੜਾ ਇੱਥੇ ਪੁੱਟ ਕਰਾਂਗੇ ਨਾਓ ਮਾਈਨਸ E VD ਕ੍ਰਾਸ ਸਾਡੇ ਕੋਲ ਆ ਜਾਏਗਾ B now this is the force experienced by one electron and that force is given by ਇਹਨੂੰ ਅਸੀਂ small f ਦੇ ਨਾਲ ਲਿਖ ਦਿੰਦੇ ਆ ਕਿੰਨੀ ਆਏਗੀ ਮਾਈਨਸ E VD ਕ੍ਰਾਸ ਕਿੰਨੀ ਆ ਜਾਏਗੀ ਸਾਡੇ ਕੋਲ B ਇਹ ਫਾਰਮੂਲਾ ਬੇਟਾ ਤੁਸੀਂ ਸਮਝ ਗਏ ਹੋਗੇ ਇੱਥੇ Q ਹੁੰਦਾ ਹੈ Q ਦਾ ਮਤਲਬ ਚਾਰਜ ਤੇ ਸਾਡਾ ਚਾਰਜ ਕਿਹੜਾ ਇਲੈਕਟ੍ਰੋਨ ਉਹਦੀ ਜਗ੍ਹਾ ਤੇ ਸਾਡੇ ਕੋਲ ਮਾਈਨਸ E ਆ ਗਿਆ ਇੱਥੇ ਹੁੰਦੀ ਹੈ ਵੈਲੋਸਿਟੀ ਪਰ ਇਲੈਕਟ੍ਰੋਨ ਦੀ ਵੈਲੋਸਿਟੀ ਕਿਹੜੀ ਹੈ ਸਾਡੀ ਡ੍ਰਿਫਟ ਵੈਲੋਸਿਟੀ ਤੇ ਕ੍ਰਾਸ ਅੱਗੇ ਆ ਜਾਏਗਾ ਤੁਹਾਡੇ ਕੋਲ ਮੈਗਨੈਟਿਕ ਫੀਲਡ ਨਾਓ ਥਿਸ ਇਜ਼ ਦਾ ਇਕੁਏਸ਼ਨ ਨੰਬਰ 1 ਇੱਕ ਇਲੈਕਟ੍ਰੋਨ ਨੇ ਇੰਨੀ ਜਿਹੜੀ ਹੈ ਸਾਡੀ ਜਿਹੜੀ ਫੋਰਸ ਉਹਨੇ ਐਕਸਪੀਰੀਅੰਸ ਕੀਤੀ ਨਾਓ ਲੈਟ small n equal to small n की चीज है number of electron per unit volume एक यूनिट वॉल्यूम ਵਿੱਚ ਇਲੈਕਟ੍ਰੋਨ ਦੀ ਜਿਹੜੀ ਗਿਣਤੀ ਹੈ ਇਟ ਇਜ਼ n ਇਸ ਨੂੰ ਅਸੀਂ ਨੰਬਰ ਡੈਂਸਿਟੀ ਆਫ ਇਲੈਕਟ੍ਰੋਨ ਵੀ ਕਹਿੰਦੇ ਹਾਂ ਡੈਂਸਿਟੀ ਥੱਲੇ ਪਤਾ ਹੈ ਤੁਹਾਨੂੰ ਵੋਲਿਊਮ ਇਟ ਇਜ਼ ਅ ਨੰਬਰ ਆਫ ਇਲੈਕਟ੍ਰੋਨ ਪਰ ਯੂਨਿਟ ਵੋਲਿਊਮ ਨਾਓ ਵਾਟ ਇਜ਼ AL it is a volume of the conductor it is a volume of
कंडक्टर एरिया इंटू लेंथ। ते कैपिटल एन की चीज आएगी, कैपिटल एन मींस टोटल नंबर ऑफ इलेक्ट्रॉन, टोटल नंबर ऑफ इलेक्ट्रॉन्स। ਜਿਹੜੇ ਸਾਡੇ टोटल नंबर ऑफ इलेक्ट्रॉन्स ਆਣਗੇ ਉਹ ਕਿੰਨੇ ਆਣਗੇ ਸਾਡੇ ਕੋਲ, ਇੱਕ ਯੂਨਿਟ ਵੋਲਿਊਮ ਦੇ ਵਿੱਚ n ਤੇ ਟੋਟਲ ਵੋਲਿਊਮ ਸਾਡਾ ਕਿੰਨਾ ਹੈ Al ਤੇ ਟੋਟਲ ਨੰਬਰ ਆਫ ਇਲੈਕਟ੍ਰੋਨ ਆ ਜਾਣਗੇ NaL। ਇਹ ਸੇਮ ਆਰਟੀਕਲ ਜਿਹੜਾ ਹੈ ਬੇਟਾ ਤੁਸੀਂ ਆਪਣਾ ਸੈਕੰਡ ਯੂਨਿਟ ਸੀਗਾ ਕਰੰਟ ਵਾਲਾ, ਉਹਦੇ ਵਿੱਚ ਅਸੀਂ ਇੱਕ ਫਾਰਮੂਲਾ ਪ੍ਰੂਵ ਕੀਤਾ ਸੀ I NaEVD, ਕਰੰਟ ਤੇ ਡ੍ਰਿਫਟ ਵੈਲੋਸਿਟੀ ਵਿੱਚ ਰਿਲੇਸ਼ਨ। ਇਹ ਉਹਦੇ ਅਕੋਰਡਿੰਗ ਹੀ ਬਿਲਕੁਲ ਜਿਹੜਾ ਹੈ ਸਾਡਾ ਉਹ ਚੱਲਦਾ ਪਿਆ। ਨਾਓ ਇਹ ਮੈਂ ਡਾਇਗਰਾਮ ਜਿਹੜੀ ਹੈ ਇੱਥੋਂ ਰੱਬ ਕਰਨ ਲੱਗਾ, ਨੋਟ ਕਰ ਲਿਓ। ਜਿੱਧਰ ਨੂੰ ਕਰੰਟ ਹੋਏਗਾ ਉਹਦੇ ਜਿਹੜੇ ਬਿਲਕੁਲ ਸਾਡੇ ਆਪੋਜੀਟ ਜਿਹੜੀ ਹੈ ਉਹ ਸਾਡੀ ਜਿਹੜੀ ਹੈ ਉਹ ਡ੍ਰਿਫਟ ਹੋਏਗੀ। ਨਾਓ ਦਿਸ ਇਜ਼ ਦਾ ਟੋਟਲ ਨੰਬਰ ਆਫ ਇਲੈਕਟ੍ਰੋਨਸ, ਜਿਹਨੂੰ ਅਸੀਂ ਕਹਿ ਦਿੱਤਾ ਹੈ ਕੈਪੀਟਲ N। ਇਹ ਜਿਹੜਾ ਵੋਲਿਊਮ ਕਿਵੇਂ ਆਇਆ, ਸਾਨੂੰ ਪਤਾ ਹੈ ਸਿਲੰਡਰ ਸੀਗਾ ਤੇ ਸਿਲੰਡਰ ਦਾ ਵੋਲਿਊਮ ਕਿੰਨਾ ਹੁੰਦਾ ਹੈ ਪਾਈ r ਸਕੁਅਰ L। ਸਿਲੰਡਰ ਦਾ ਵੋਲਿਊਮ ਹੁੰਦਾ ਹੈ ਪਾਈ r ਸਕੁਅਰ L ਤੇ ਪਾਈ r ਸਕੁਅਰ ਏਰੀਆ ਤੇ ਲੈਂਥ ਸਾਡੀ ਜਿਹੜੀ ਹੈ ਕੰਡਕਟਰ ਦੀ ਆ ਗਈ ਸਾਡੇ ਕੋਲ L। ਦਿਸ ਇਜ਼ ਦਾ ਵੋਲਿਊਮ ਆਫ ਦਾ ਕੰਡਕਟਰ। ਨਾਓ ਟੋਟਲ ਨੰਬਰ ਆਫ ਇਲੈਕਟ੍ਰੋਨ ਇੰਨੇ ਨੇ। ਜੇਕਰ ਇੱਕ ਇਲੈਕਟ੍ਰੋਨ ਤੇ ਇੰਨੀ ਫੋਰਸ ਲੱਗਦੀ ਹੈ ਤੇ ਸਾਡੇ ਕੋਲ ਟੋਟਲ ਨੰਬਰ ਆਫ ਇਲੈਕਟ੍ਰੋਨ ਸਾਡੇ ਕੋਲ ਕੈਪੀਟਲ N ਨੇ, then total force कितनी आएगी, एक इलेक्ट्रॉन ते इतनी फोर्स, therefore the total force experienced by electrons, जिन्ने भी इलेक्ट्रॉन्स ने उन्हां ते टोटल फोर्स कितनी लगेगी। ਅਸੀਂ ਕੀ ਕਰਾਂਗੇ, टोटल इलेक्ट्रॉन ਨੂੰ एक इलेक्ट्रॉन ਦੀ ਫੋਰਸ ਨਾਲ ਮਲਟੀਪਲਾਈ ਕਰਾਂਗੇ। ਇੱਕ ਇਲੈਕਟ੍ਰੋਨ ਉੱਪਰ ਫੋਰਸ ਲੱਗਦੀ ਸਮਾਲ f ਤੇ ਟੋਟਲ ਇਲੈਕਟ੍ਰੋਨ ਸਾਡੇ n ਹੈ, ਉਹਦੇ ਨਾਲ ਅਸੀਂ ਕਰ ਦਿੱਤਾ ਮਲਟੀਪਲਾਈ। ਨਾਓ ਵੀ ਵਿਲ ਪੁੱਟ ਦਾ ਵੈਲਿਊ, ਟੋਟਲ ਫੋਰਸ ਨੂੰ ਅਸੀਂ ਲਿਖਤਾ ਕੈਪੀਟਲ F, ਇਟ ਇਜ਼ ਅ ਫੋਰਸ ਔਨ 1, ਇਟ ਇਜ਼ ਅ ਟੋਟਲ ਫੋਰਸ। ਨਾਓ ਇਟ ਇਜ਼ ਇਕੁਅਲ ਟੂ n ਦੀ ਜਗ੍ਹਾ ਤੇ ਆ ਗਿਆ NaL ਤੇ ਅੱਗੇ ਆ ਗਿਆ ਸਾਡੇ ਕੋਲ f ਦੀ ਵੈਲਿਊ ਆ ਪਈ ਹੈ, ਮਾਈਨਸ ਪਹਿਲਾਂ ਲਗਾਤਾ, ਸਾਡੇ ਕੋਲ ਆ ਗਿਆ ਇੱਥੇ E, ਨਾਲ ਆ ਜਾਏਗਾ ਸਾਡੇ ਕੋਲ VD ਕ੍ਰਾਸ ਇਟ ਇਜ਼ B। ਦਿਸ ਇਜ਼ ਦਾ ਇਕੁਏਸ਼ਨ ਨੰਬਰ 2। ਇਹ ਸਾਡੇ ਕੋਲ ਜਿਹੜੀ ਹੈ ਸੈਕੰਡ ਇਕੁਏਸ਼ਨ ਜਿਹੜੀ ਸਾਡੇ ਕੋਲ ਹੈ ਤਿਆਰ ਹੋ ਗਈ। ਇਟ ਇਜ਼ ਅ ਟੋਟਲ ਫੋਰਸ ਐਕਸਪੀਰੀਐਂਸਡ ਬਾਈ ਆਲ ਦੀ ਇਲੈਕਟ੍ਰੋਨਸ। ਨਾਓ ਵੀ ਨੋ that ਸਾਨੂੰ ਕੀ ਪਤਾ ਹੈ I equal to NaEVD। ਇਹ ਉਹੀ ਫਾਰਮੂਲਾ ਹੈ ਜਿਹੜਾ ਅਸੀਂ ਸੈਕੰਡ ਯੂਨਿਟ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ, that is I is equal to NaEVD। ਦੋਨਾਂ ਸਾਈਡਾਂ ਤੇ ਅਸੀਂ L ਦੇ ਨਾਲ ਮਲਟੀਪਲਾਈ ਕਰਨ ਜਾ ਰਹੇ ਹਾਂ। ਇੱਥੇ ਲਿਖਾਂਗੇ ਮਲਟੀਪਲਾਈ both side by L। ਦੋਨਾਂ ਸਾਈਡਾਂ ਤੇ ਅਸੀਂ L ਦੇ ਨਾਲ ਅਸੀਂ ਮਲਟੀਪਲਾਈ ਕਰ ਦਿੰਨੇ ਆ ਤੇ ਸਾਡੇ ਕੋਲ ਜਿਹੜਾ ਹੈ ਉਹ ਕੀ ਬਣ ਜਾਏਗਾ, ਇਧਰ ਆ ਜਾਏਗਾ ਸਾਡੇ ਕੋਲ IL is equal to, it will become NaEVD multiply by ਸਾਡੇ ਕੋਲ ਆ ਜਾਏਗਾ, ਇੱਥੇ ਲਿਖ ਦਿੰਨੇ ਅਸੀਂ NLAEVD। ਦੋਨਾਂ ਸਾਈਡ ਤੇ ਅਸੀਂ L ਦੇ ਨਾਲ ਇਹਨੂੰ ਮਲਟੀਪਲਾਈ ਕਰ ਦਿੱਤਾ। Now in vector form ਦੀ ਗੱਲ ਕਰੀਏ ਤੇ vector form ਦੇ ਵਿੱਚ L ਉੱਪਰ ਜਿਹੜਾ ਹੈ ਉਹ ਵੈਕਟਰ ਆਏਗਾ। Now this is a current element, ਜਿਹੜੀ ਸਾਡੀ ਕਰੰਟ ਐਲੀਮੈਂਟ ਹੁੰਦਾ, ਜਿਸ ਤਰ੍ਹਾਂ IDL ਵੈਕਟਰ, ਇੱਥੇ ਸਾਡੇ ਕੋਲ IL ਵੈਕਟਰ ਆ ਗਿਆ। I ਦੇ ਉੱਪਰ ਜਿਹੜਾ ਕਦੀ ਵੀ ਵੈਕਟਰ ਨਹੀਂ ਪਏਗਾ। Now IL ਵੈਕਟਰ ਇਧਰੋਂ ਸਾਡੇ ਕੋਲ ਜਿਹੜਾ ਹੈ ਵੈਕਟਰ ਪੈ ਜਾਏਗਾ ਸਾਡੇ ਕੋਲ ਡ੍ਰਿਫਟ
वेलोसिटी के ऊपर। नाउ आई एल वैक्टर इज इक्वल टू एन एल ए ई वी डी वैक्टर। इथे सिंपल है, लेंथ है, इथे करंट इनटू लेंथ जिहड़ा है साडा करंट एलीमेंट हो जाता, जिवें वो साडा एक वैक्टर क्वांटिटी है, इथे वैक्टर पै गया, इथे ड्रिफ्ट वेलोसिटी जिहड़ी वैक्टर क्वांटिटी है, इहदे उपर जिहड़ा साडा किहड़ा साइन आएगा उपर वैक्टर दा। नाउ करंट ते ड्रिफ्ट वेलोसिटी, मैं पहला भी कहा सी कि डायग्राम मैं रब करन जा रहे हैं, तो ध्यान रखना है कि करंट ते ड्रिफ्ट वेलोसिटी आपस विच ओपोजिट ने। जे करंट इधर नूं फ्लो कर रहा है तो ड्रिफ्ट ओदे ओपोजिट है, ਇਹਦਾ मतलब करंट ते ड्रिफ्ट आपस विच ओपोजिट होने करके विच जिहड़ा साडा जिहड़ा साइन आएगा that will be equal to माइनस, यह साडा माइनस का साइन आएगा। नाउ दिस इज द इक्वेशन नंबर 3, यह साडे कोल 3 नंबर इक्वेशन आ गई। नाउ 2 नूं ते 3 नूं जिहड़ा ध्यान नाल देखो, माइनस एन एल ए अगे आ गया ई, नाल आ गया देखो बी डी। यह जिहड़ी सारी टर्म है इथों तक, यह सारी टर्म जिहड़ी है किहदे इक्वल है, साडी आई एल वैक्टर। नाउ इक्वेशन नंबर 2 दे विच इथों तक जिहड़ा है साडे कोल, ओदी जगह ते असीं की पुट कर देंगे आई एल वैक्टर। नाउ यूजिंग इक्वेशन 3 into we get इक्वेशन नंबर 3 ਨੂੰ 2 ਦੇ ਵਿੱਚ ਅਸੀਂ ਯੂਜ਼ ਕਰਨ ਜਾ ਰਹੇ ਹਾਂ, ਤੇ ਸਾਡੇ ਕੋਲ ਜਿਹੜੀ ਹੈ ਇਕੁਏਸ਼ਨ ਨੰबर 2 ਕੀ ਬਣ ਜਾਏਗੀ, ਸਾਡੇ ਕੋਲ ਆ ਜਾਏਗਾ f ਵੈਕਟਰ ਇਜ਼ ਇਕੁਅਲ ਟੂ i l ਵੈਕਟਰ, i ਆ ਜਾਏਗਾ ਨਾਲ l ਵੈਕਟਰ क्रॉस ਸਾਡੇ ਕੋਲ ਆ ਜਾਏਗਾ b ਵੈਕਟਰ। ਤੇ क्रॉस सिर्फ 2 ਵੈਕਟਰਾਂ ਚ ਹੁੰਦੀ ਹੈ, ਤੇ ਅਸੀਂ ਜਿਹੜਾ ਹੈ ਇੱਥੇ ਨਾਲ ਅਸੀਂ ਪਾ ਲਾਂਗੇ ਬ੍ਰੈਕਟ। फिर दोबारा देख लो, मैं यह इक्वेशन दोबारा लिख देना है, साडे कोल सीगी एफ वैक्टर, इत्थे सीगा माइनस एन एल ए ई, ते नाल उस तो बाद साडे कोल हैगा सी वी डी क्रॉस बी। फिर ध्यान नाल देखो, माइनस माइनस एन एल ए ई ते नाल आ गया वी डी। यह सारा जिहड़ा हिस्सा है साडा, इहदी जगह दे उत्ते मैं आई एल वैक्टर पाता, ਤੇ ਅੱਗੇ ਸਾਡੇ ਕੋਲ ਰਹਿ ਗਿਆ क्रॉस b, ਤੇ क्रॉस ਹਮੇਸ਼ਾ 2 ਵੈਕਟਰਾਂ ਚ ਹੁੰਦੀ ਹੈ, ਇਸ ਕਰਕੇ ਇੱਥੇ ਅਸੀਂ ਜਿਹੜਾ ਪਾਤਾ ਹੈ ਬ੍ਰੈਕਟ। ਨਾਓ ਦਿਸ ਇਜ਼ ਦਾ ਫਾਰਮੂਲਾ ਫॉर the force experienced by current carrying wire when placed in the uniform magnetic field of strength b। ਇਹ ਸਾਡਾ ਜਿਹੜਾ ਦੇਖੋ ਫਾਰਮੂਲਾ ਆ ਗਿਆ। ਹੁਣ ਇਸ ਫਾਰਮੂਲੇ ਨੂੰ ਯਾਦ ਕਰਨਾ ਬੜਾ ਈਜ਼ੀ ਹੈ। लॉरेंज फोर्स का फार्मूला बेटा तुसी याद किया है, वो इस तरह का फार्मूला है। लॉरेंज फोर्स का फार्मूला है Q V वैक्टर क्रॉस B, ते करंट वास्ते Q की जगह ते करंट आ जाएगा, ते जिहड़ी वेलोसिटी है ओदी जगह ते साडे कोल जिहड़ा L वैक्टर आ जाएगा। दिस इज द फार्मूला फॉर द फोर्स एक्सपीरियंस्ड बाय करंट कैरिंग वायर, एंड दिस इज द फार्मूला फॉर द फोर्स एक्सपीरियंस्ड बाय द चार्ज पार्टिकल व्हेन बोथ आर प्लेस्ड इन द uniform magnetic field। now in magnitude, जे असी यदि मैग्नीट्यूड की गल करिए, सिर्फ वैक्टर डायरेक्शन नहीं देखनी, then f will be equal to i l b, साडे कोल आ जाएगा sin थीटा, क्योंकि जदों भी क्रॉस हल करते हैं तो क्रॉस प्रोडक्ट जिवें a क्रॉस b, it will become a b sin थीटा, नाल एन कैप है। जे मैग्नीट्यूड देख रहे हैं, इट विल जस्ट बिकम एल बी साइन थीटा, एंड थीटा इज द एंगल बिटवीन करंट एंड मैग्नेटिक फील्ड, और करंट एलिमेंट एंड मैग्नेटिक फील्ड बी। यह फार्मूला तुसीं अपने माइंड च याद रखना है, क्योंकि नैक्सट आर्टिकल्स दे विच इन्हां फार्मूले नूं असीं जिहड़ा है आपां डायरैक्ट जिहड़ा असीं इहनूं यूज करांगे। नाउ केस नंबर फर्स्ट, case first, if theta is 0 degree or 180 degree, की मतलब है, मान लो थीटा 0 डिग्री है या 180 डिग्री। 0 डिग्री का मतलब कि यह वायर इस तरह, करंट ताड़ा इस तरह फ्लो कर रहा है,
ਤੇ ਮੈਗਨੈਟਿਕ ਫੀਲਡ ਵੀ ਇਸੇ ਹੀ ਡਾਇਰੈਕਸ਼ਨ 'ਚ ਹੈ। ਜਿੱਧਰ ਨੂੰ ਸਾਡਾ ਕਰੰਟ ਹੈ ਉਧਰ ਹੀ ਮੈਗਨੈਟਿਕ ਫੀਲਡ, ਕਿਉਂਕਿ ਐਂਗਲ ਕਿਹਦੇ ਵਿੱਚ ਹੈਗਾ, ਕਰੰਟ ਤੇ ਮੈਗਨੈਟਿਕ ਫੀਲਡ ਵਿੱਚ ਐਂਗਲ ਹੁੰਦਾ ਹੈ। ਤੇ ਜੇ ਐਂਗਲ 0 ਹੈ, ਇਹਦਾ ਮਤਲਬ ਜਿੱਧਰ ਕਰੰਟ ਉਧਰ ਹੀ ਮੈਗਨੈਟਿਕ ਫੀਲਡ। ਕਹਿਣ ਦਾ ਮਤਲਬ ਕਰੰਟ ਕੈਰਿੰਗ ਵਾਇਰ ਇਜ਼ ਪਲੇਸਡ ਪੈਰਲਲ ਟੂ ਦਾ ਮੈਗਨੈਟਿਕ ਫੀਲਡ। ਤੇ ਜੇ ਅਸੀਂ 180 ਡਿਗਰੀ ਲਈਏ, 180 ਡਿਗਰੀ ਦਾ ਮਤਲਬ ਹੋਏਗਾ ਕਿ ਜੇ ਕਰੰਟ ਇਧਰ ਨੂੰ ਹੈ ਤੇ ਸਾਡਾ ਜਿਹੜਾ ਹੈ ਮੈਗਨੈਟਿਕ ਫੀਲਡ ਉਹਦੇ ਬਿਲਕੁਲ ਆਪੋਜ਼ਿਟ ਡਾਇਰੈਕਸ਼ਨ 'ਚ ਲੱਗ ਰਿਹਾ, ਐਂਟੀ ਪੈਰਲਲ। ਕਹਿਣ ਦਾ ਮਤਲਬ ਇੱਥੇ ਅਸੀਂ ਬ੍ਰੈਕਟ 'ਚ ਲਿਖ ਦਿੰਦੇ ਆ, ਜਾਂ ਤੇ ਤੁਸੀਂ ਲਿਖ ਸਕਦੇ ਹੋ ਪੈਰਲਲ ਔਰ ਐਂਟੀ ਪੈਰਲਲ। ਜਦੋਂ ਵਾਇਰ ਮੈਗਨੈਟਿਕ ਫੀਲਡ ਦੇ ਪੈਰਲਲ ਪਈ ਹੈ ਜਾਂ ਉਹਦੇ ਐਂਟੀ ਪੈਰਲਲ ਪਈ ਹੈ ਤੇ ਸਾਡੇ ਕੋਲ ਐਂਗਲ 0 ਆਏਗਾ, ਜਾਂ ਸਾਡੇ ਕੋਲ ਜਿਹੜਾ ਹੈ ਐਂਗਲ ਸਾਡੇ ਕੋਲ ਆਏਗਾ 180 ਡਿਗਰੀ। ਬਟ ਸਾਈਨ 0 ਵੀ ਸਾਡਾ 0 ਹੁੰਦਾ ਹੈ ਤੇ ਸਾਈਨ ਸਾਡਾ ਜਿਹੜਾ ਹੈ 180 ਡਿਗਰੀ ਵੀ ਸਾਡਾ ਕਿੰਨਾ ਹੁੰਦਾ ਹੈ, 0। ਤੇ ਜੇ ਸਾਈਨ 180 ਵੀ 0 ਹੈ, ਸਾਈਨ 0 ਵੀ 0, ਦਿਸ ਇੰਪਲਾਈ ਇਹ 0 ਹੋਣ ਕਰਕੇ ਸਾਡੀ ਜਿਹੜੀ ਹੈ ਫੋਰਸ ਐਕਸਪੀਰੀਐਂਸਡ ਬਾय ਦਾ ਕਰੰਟ ਕੈਰਿੰਗ ਵਾਇਰ ਵੈਨਿਸ਼, ਉਹ ਫੋਰਸ ਖਤਮ ਹੋ ਜਾਏਗੀ। ਕਰੰਟ ਕੈਰਿੰਗ ਵਾਇਰ ਭਾਵੇਂ ਮੈਗਨੈਟਿਕ ਫੀਲਡ 'ਚ ਪਈ ਹੈ ਪਰ ਉਹਦੇ ਉੱਪਰ ਜਿਹੜਾ ਹੈ ਬਿਲਕੁਲ ਵੀ ਫੋਰਸ ਐਕਟ ਨਹੀਂ ਕਰੇਗੀ। ਨਾਓ ਵਾਟ ਇਜ਼ ਦ ਕੰਡੀਸ਼ਨ, ਪੈਰਲਲ ਐਂਡ ਐਂਟੀ ਪੈਰਲਲ। ਸੇਮ ਕੇਸ ਅਸੀਂ ਜਿਹੜਾ ਲੌਰੈਂਜ ਫੋਰਸ ਵਿੱਚ ਡਿਸਕਸ ਕੀਤਾ ਹੋਇਆ ਕਿ ਜਦੋਂ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਪੈਰਲਲ ਮੂਵ ਕਰੇ ਜਾਂ ਐਂਟੀ ਪੈਰਲਲ ਮੂਵ ਕਰੇ, ਉਹਦੇ ਉੱਪਰ ਫੋਰਸ ਐਕਟ ਨਹੀਂ ਕਰਦੀ। ਸਿਮਿਲਰਲੀ ਕਰੰਟ ਕੈਰਿੰਗ ਵਾਇਰ ਮੈਗਨੈਟਿਕ ਫੀਲਡ ਦੇ ਪੈਰਲਲ ਰੱਖੀ ਜਾਏ ਜਾਂ ਐਂਟੀ ਪੈਰਲਲ ਰੱਖੀ ਜਾਏ, ਉਹਦੇ ਉੱਪਰ ਵੀ ਜਿਹੜੀ ਹੈ ਬਿਲਕੁਲ ਫੋਰਸ ਐਕਟ ਜਿਹੜੀ ਹੈ ਨਹੀਂ ਕਰੇਗੀ। ਨਾਓ ਸੈਕੰਡ ਕੇਸ, ਜੇ ਅਸੀਂ ਹੁਣ ਸੈਕੰਡ ਕੇਸ ਦੀ ਗੱਲ ਕਰਦੇ ਹਾਂ, ਐਵੇਂ ਬੇਟਾ ਰਬ ਕਰਨ ਲੱਗਾ। ਦੂਸਰਾ ਕੇਸ, ਕੇਸ ਨੰਬਰ 2, if theta is 90 degree, theta 90 डिग्री का मतलब है कि करंट कैरिंग वायर विच करंट फ्लो कर रहा है along this side and magnetic field is acting perpendicular to it. magnetic field ਜਿਹੜਾ ਹੈ करंट कैरिंग वायर ਦੇ perpendicular है। this imply ਸਾਡੇ ਕੋਲ ਆਏਗਾ sin 90 ਤੇ sin 90 ਦੀ ਵੈਲਿਊ ਸਾਨੂੰ ਪਤਾ ਕਿੰਨੀ ਹੁੰਦੀ ਹੈ, 1। therefore the force experienced by the current carrying wire, ਕੀ ਫਾਰਮੂਲਾ ਸੀ, ILB sin ਸਾਡੇ ਕੋਲ ਕਿੰਨਾ ਆ ਜਾਏਗਾ 90 ਡਿਗਰੀ, ILB sin थीटा, थीटा ਦੀ ਜਗ੍ਹਾ ਤੇ 90 and it will become ILB, क्योंकि sin 90 साडा जेड़ा 1 हो गया। दिस इज द मैक्सिमम फोर्स एक्सपीरियंस्ड बाय द करंट कैरिंग वायर। ਇਹਦਾ मतलब करंट कैरिंग वायर मैक्सिमम फोर्स ਤਾਂ एक्सपीरियंस ਕਰਦੀ ਹੈ ਜੇਕਰ करंट कैरिंग वायर ਨੂੰ ਮੈਗਨੈਟਿਕ ਫੀਲਡ ਦੇ ਜਿਹੜਾ ਹੈ ਬਿਲਕੁਲ ਪਰਪੈਂਡੀਕੂਲਰ ਜਿਹੜਾ ਆਪਾਂ ਡਾਇਰੈਕਸ਼ਨ ਦੇ ਵਿੱਚ ਆਪਾਂ ਇਹਨੂੰ ਰੱਖਾਂਗੇ। ਆਈ ਥਿੰਕ ਕਿ ਤੁਹਾਨੂੰ ਅੱਜ ਦਾ ਆਰਟੀਕਲ ਜਿਹੜਾ ਹੈ ਇੱਥੋਂ ਤੱਕ ਤੁਹਾਨੂੰ ਕਲੀਅਰ ਹੋ ਗਿਆ। ਨਾਓ ਨੈਕਸਟ ਜਿਹੜਾ ਪਾਰਟ ਹੈ ਇਹਨੂੰ ਧਿਆਨ ਰੱਖਣਾ ਹੈ, ਡਾਇਰੈਕਸ਼ਨ। ਹੁਣ ਕਿਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਹੈ ਕਰੰਟ ਕੈਰਿੰਗ ਵਾਇਰ ਤੁਹਾਡੀ ਫੋਰਸ ਐਕਸਪੀਰੀਅੰਸ ਕਰੇਗੀ, ਬਿਕੋਜ਼ ਫੋਰਸ ਇਜ਼ ਅ ਵੈਕਟਰ ਕੁਆਂਟੀਟੀ ਤੇ ਉਹਦੀ ਡਾਇਰੈਕਸ਼ਨ ਵੀ ਦੇਣੀ ਹੈ। ਮੈਗਨੀਟਿਊਡ ਤੇ ਨਿਕਾਲ ਲਿਆ, ਬਟ ਉਹਦੀ ਡਾਇਰੈਕਸ਼ਨ ਦੇਣ ਵਾਸਤੇ ਸਾਡੇ ਕੋਲ ਜਿਹੜਾ ਹੈ ਇੱਕ ਰੂਲ ਹੈ ਜਿਹਨੂੰ ਅਸੀਂ ਬੋਲਦੇ ਹਾਂ ਫਲੇਮਿੰਗ ਲੈਫਟ हैंड रूल। फ्लैमिंग लेफ्ट हैंड रूल दे अकॉर्डिंग जिहड़ी है ਅਸੀਂ डायरैक्शन जिहड़ी आपां करंट कैरिंग वायर दी जिहड़ी आपां ਉਹਨੂੰ ਆਪਾਂ ਸਮਝਣ ਜਾ ਰਹੇ ਹਾਂ। ਇਹ ਬਹੁਤ ਹੀ ਬੇਟਾ ਇੰਪੋਰਟੈਂਟ ਟੌਪਿਕ ਹੈ, ਇਹਨੂੰ ਜਿਹੜਾ ਬੜੇ ਧਿਆਨ ਨਾਲ ਸਮਝਣਾ ਹੈ। ਨਾਓ ਸਪੋਜ਼ this is a current carrying wire। मान लो भी आ साडी जिहड़ी है करंट कैरिंग वायर है। नाउ दिस करंट कैरिंग वायर इज प्लेस्ड इन द मैग्नेटिक फील्ड। मान लो भी इत्थे मैग्नेटिक फील्ड है ओदे अंदर पई है,
ਉਹ ਮੈਗਨੈਟਿਕ ਫੀਲਡ ਕਿੰਨੇ ਪੈਦਾ ਕੀਤਾ ਹੈ ਉਹਦਾ ਹੱਲੇ ਸਾਨੂੰ ਉਹਦੀ ਲੋੜ ਨਹੀਂ ਹੈ। ਜਸਟ ਐਕਸਟਰਨਲੀ ਮੈਗਨੈਟਿਕ ਫੀਲਡ ਪੈਦਾ ਹੋਇਆ ਹੈ, ਉਹਦੇ ਵਿੱਚ ਅਸੀਂ ਜਿਹੜੀ ਹੈ ਕਰੰਟ ਕੈਰਿੰਗ ਵਾਇਰ, ਸਪੋਜ਼ ਇਟ ਇਜ਼ PQ, ਇਹਨੂੰ ਰੱਖ ਦਿੱਤਾ। ਨਾਓ ਮੈਗਨੈਟਿਕ ਫੀਲਡ ਜਿਹੜਾ ਕਰੰਟ ਕੈਰਿੰਗ ਵਾਇਰ ਦੇ ਉੱਪਰ ਜਿਹੜਾ ਹੈ, ਸਪੋਜ਼ ਮੈਂ ਇੱਥੇ ਜਿਹੜਾ ਕ੍ਰਾਸ ਪਾ ਦਿੱਤਾ ਹੈ। ਕ੍ਰਾਸ ਦਾ ਮਤਲਬ ਹੁੰਦਾ ਹੈ ਕਿ ਮੈਗਨੈਟਿਕ ਫੀਲਡ ਬਿਲਕੁਲ ਮੇਰਾ ਜਿਹੜਾ ਬੋਰਡ ਹੈ ਉਹਦੇ ਪਰਪੈਂਡੀਕੁਲਰ ਹੈ ਐਂਡ ਡਾਇਰੈਕਟਡ ਇਨਵਰਡ। ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕਿੱਧਰ ਨੂੰ ਹੈ? ਇਨਵਰਡ। ਇਹਨੂੰ ਅਸੀਂ ਇੱਥੇ ਜਿਹੜਾ ਨਹੀਂ ਸ਼ੋ ਕਰਨਾ ਤੇ ਅਸੀਂ ਜਿਹੜਾ ਹੈ ਇਹਨੂੰ ਸਾਈਡ ਤੇ ਅਸੀਂ ਲੈ ਕੇ ਇੱਥੇ ਵੀ ਸ਼ੋ ਕਰ ਸਕਦੇ ਹਾਂ ਕਿ ਕਰੰਟ ਕੈਰਿੰਗ ਵਾਇਰ ਜਿਹੜੀ ਹੈ ਮੈਗਨੈਟਿਕ ਫੀਲਡ ਦੇ ਅੰਡਰ ਪਈ ਹੈ ਤੇ ਕ੍ਰਾਸ ਦਾ ਮਤਲਬ ਹੈ ਮੈਗਨੈਟਿਕ ਫੀਲਡ ਇਜ਼ ਪਰਪੈਂਡੀਕੁਲਰ ਟੂ ਦਾ ਬਲੈਕ ਬੋਰਡ ਐਂਡ ਡਾਇਰੈਕਟਡ ਇਨਵਰਡ। ਤੇ ਜੇ ਅਸੀਂ ਆਪਣੇ ਹੱਥ ਵਿੱਚ ਕਾਪੀ ਪਕੜਦੇ ਹਾਂ, ਫੋਰ ਐਗਜ਼ਾਮਪਲ ਮੰਨ ਲਓ ਕਿ ਸਾਡੇ ਕੋਲ ਕੋਈ ਕਾਪੀ ਹੈ, ਅਸੀਂ ਕਾਪੀ ਤੇ ਕੰਮ ਕਰ ਰਹੇ ਹਾਂ ਲਾਈਕ ਦਿਸ, ਤੇ ਜੇ ਅਸੀਂ ਇਹਦੀ ਗੱਲ ਕਰੀਏ ਤੇ ਮੈਗਨੈਟਿਕ ਫੀਲਡ ਤੁਹਾਡਾ ਜਿਹੜਾ ਹੋਏਗਾ ਬਿਲਕੁਲ ਤੁਹਾਡੀ ਕਾਪੀ ਦੇ ਪਲੇਨ ਦੇ ਪਰਪੈਂਡੀਕੁਲਰ ਤੇ ਡਾਇਰੈਕਟਡ ਇਨਵਰਡ ਬਿਲਕੁਲ ਅੰਦਰ ਨੂੰ ਆਏਗਾ ਲਾਈਕ ਦਿਸ। ਤੇ ਜੇ ਅਸੀਂ ਕਿਤੇ ਡਾਟ ਦਾ ਨਿਸ਼ਾਨ ਪਾ ਕੇ ਸਰਕਲ ਬਣਾ ਦਿੰਦੇ ਆ, ਫਿਰ ਮੈਗਨੈਟਿਕ ਫੀਲਡ ਜਿਹੜਾ ਤੁਹਾਡੀ ਕਾਪੀ ਦੇ ਆਏਗਾ ਪਰਪੈਂਡੀਕੁਲਰ ਬਟ ਆਊਟਵਰਡ, ਬਾਹਰ ਨੂੰ ਆਏਗਾ। ਇਹ ਇਨਵਰਡ ਤੇ ਇਹ ਸਾਡੇ ਕੋਲ ਕਿਹੜਾ ਆ ਗਿਆ ਆਊਟਵਰਡ। ਪਰ ਮੈਂ ਤੁਹਾਨੂੰ ਜਿਹੜਾ ਹੈ ਬਲੈਕ ਬੋਰਡ ਦੇ ਉੱਪਰ ਸਮਝਾ ਰਿਹਾ, ਇਸ ਕਰਕੇ ਮੈਂ ਜਿਹੜਾ ਹੈ ਕਹਿ ਰਿਹਾ ਬਲੈਕ ਬੋਰਡ ਦੇ ਪਰਪੈਂਡੀਕੁਲਰ ਇਨਵਰਡ ਸਾਡੀ ਜਿਹੜੀ ਹੈ ਡਾਇਰੈਕਸ਼ਨ ਹੈ ਕਾਦੀ? ਮੈਗਨੈਟਿਕ ਫੀਲਡ ਦੀ। ਨਾਓ ਕਰੰਟ ਕੈਰਿੰਗ ਵਾਇਰ ਵੀ ਹੈ, ਮੈਗਨੈਟਿਕ ਫੀਲਡ ਵੀ ਹੈ। ਇਹਦਾ ਮਤਲਬ ਹੈ ਕਿ ਇਹਨੇ ਫੋਰਸ ਐਕਸਪੀਰੀਅੰਸ ਕਰਨੀ ਹੈ। ਉਹ ਫੋਰਸ ਨਿਕਾਲਣ ਦਾ ਸਾਡਾ ਜਿਹੜਾ ਫਾਰਮੂਲਾ ਕੀ ਹੈ? ਉਹ ਹੈਗਾ ਸਾਡਾ ਫਲੈਮਿੰਗ ਲੈਫਟ ਹੈਂਡ ਰੂਲ। ਕੀ ਕਰਨਾ ਹੈ? ਆਪਣਾ ਜਿਹੜਾ ਹੈ ਲੈਫਟ ਹੈਂਡ ਦੇਖੋ ਇਸ ਤਰ੍ਹਾਂ ਲਓ, ਰਾਈਟ ਨਹੀਂ ਲੈਣਾ, ਲੈਫਟ ਹੈਂਡ ਲੈਣਾ ਹੈ। ਲੈਫਟ ਹੈਂਡ ਦੀਆਂ ਜਿਹੜੀਆਂ ਫਸਟ ਫਿੰਗਰ, ਸੈਂਟਰਲ ਫਿੰਗਰ ਤੇ ਥੰਬ, ਇਹਨਾਂ ਤਿੰਨਾਂ ਨੂੰ ਬਿਲਕੁਲ ਇੱਕ ਦੂਸਰੇ ਦੇ ਮਿਊਚੁਅਲੀ ਪਰਪੈਂਡੀਕੁਲਰ ਡਾਇਰੈਕਸ਼ਨ ਚ ਕਰ ਲਓ। ਦੇਖੋ ਇਹ ਵੀ ਸਾਡੇ ਕੋਲ ਐਂਗਲ 90 ਡਿਗਰੀ ਦਾ ਨਜ਼ਰ ਆ ਰਿਹਾ ਹੈ, ਆ ਵੀ ਸਾਡਾ ਐਂਗਲ ਜਿਹੜਾ ਹੈ 90 ਡਿਗਰੀ ਦਾ ਹੀ ਬਣੇਗਾ। ਸਟ੍ਰੈਚ the fingers of the left hand and the thumb in such a way that they are perpendicular to each other। ਇਹ ਇੱਕ ਦੂਸਰੇ ਦੇ ਮੰਨ ਲਓ ਸਾਡੇ ਕੋਲ ਜਿਹੜੀਆਂ ਨੇ ਪਰਪੈਂਡੀਕੁਲਰ ਨੇ। ਨਾਓ ਫਸਟ ਫਿੰਗਰ ਨੂੰ ਹਮੇਸ਼ਾ ਮੈਗਨੈਟਿਕ ਫੀਲਡ ਵਾਲੇ ਪਾਸੇ ਰੱਖਣਾ ਹੈ, ਇਹਨੂੰ ਆਪਣੇ ਮਾਈਂਡ 'ਚ ਰੱਖਣਾ ਹੈ। ਫਸਟ ਫਿੰਗਰ ਜਿਹੜੀ ਆ ਵਾਲੀ ਹੈ ਇਹਨੂੰ ਹਮੇਸ਼ਾ ਮੈਗਨੈਟਿਕ ਫੀਲਡ ਵਾਲੇ ਪਾਸੇ ਰੱਖਣਾ ਹੈ। ਮੰਨ ਲਓ ਮੈਗਨੈਟਿਕ ਫੀਲਡ ਉੱਪਰ ਨੂੰ ਹੈ ਤੇ ਮੈਂ ਫਿੰਗਰ ਨੂੰ ਇਸ ਤਰ੍ਹਾਂ ਰੱਖਾਂਗਾ। ਜੇ ਮੈਗਨੈਟਿਕ ਫੀਲਡ ਨੀਚੇ ਨੂੰ ਹੈ, ਆਈ ਵਿਲ ਪਲੇਸ ਦਾ ਫਿੰਗਰ ਲਾਈਕ ਦਿਸ। ਰੱਖਣਾ ਸਿਰਫ ਲੈਫਟ ਹੈਂਡ ਹੀ ਹੈ। ਜੇ ਮੈਗਨੈਟਿਕ ਫੀਲਡ ਮੰਨ ਲਓ ਤੁਹਾਡੇ ਵੱਲ ਹੈ, ਮੈਂ ਇਸ ਤਰ੍ਹਾਂ ਰੱਖਾਂਗਾ। ਤੇ ਜੇ ਮੈਗਨੈਟਿਕ ਫੀਲਡ ਮੇਰਾ ਬਲੈਕ ਬੋਰਡ ਵਾਲਾ ਇਸ ਤਰ੍ਹਾਂ ਹੈ, ਆਈ ਵਿਲ ਪਲੇਸ ਦਾ ਫਿੰਗਰ ਲਾਈਕ ਦਿਸ। ਕਹਿਣ ਦਾ ਮਤਲਬ ਅਸੀਂ ਫਿੰਗਰ ਨੂੰ ਹਮੇਸ਼ਾ ਆਪਣਾ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ 'ਚ ਰੱਖਣਾ ਹੈ। ਨਾਓ ਇਹਦੀ ਗੱਲ ਕਰੀਏ ਤੇ ਮੈਗਨੈਟਿਕ ਫੀਲਡ ਕਿੱਧਰ ਹੈ? ਮੈਗਨੈਟਿਕ ਫੀਲਡ ਬਿਲਕੁਲ perpendicular inward। now I will place the fingers like this। ਮੈਂ ਇਸ ਤਰ੍ਹਾਂ ਰੱਖਾਂਗਾ। now clear। ਜਿਹੜੀ ਸੈਂਟਰਲ ਫਿੰਗਰ ਹੈ, ਸੈਂਟਰਲ ਫਿੰਗਰ ਨੂੰ ਅਸੀਂ ਕਰੰਟ ਦੀ ਡਾਇਰੈਕਸ਼ਨ 'ਚ ਰੱਖਣਾ ਹੈ। ਇਹ ਯਾਦ ਰੱਖਣਾ ਹੈ ਸੈਂਟਰਲ ਫਿੰਗਰ ਕਿੱਧਰ ਰੱਖਣੀ ਹੈ? ਇਨ ਦਾ ਡਾਇਰੈਕਸ਼ਨ ਆਫ ਕਰੰਟ। ਇਹ ਸਾਡੀ ਕਰੰਟ ਵਾਲੇ ਪਾਸੇ ਜਾਣੀ ਚਾਹੀਦੀ ਹੈ। now ਕਰੰਟ ਵਾਲੇ ਪਾਸੇ ਦਾ ਮਤਲਬ ਜਿੱਧਰ ਨੂੰ ਪੋਜ਼ਿਟਿਵ ਚਾਰਜ ਚੱਲਦਾ ਹੈ, ਕਿਉਂਕਿ ਜਿੱਧਰ ਪੋਜ਼ਿਟਿਵ ਚਾਰਜ ਆਏਗਾ ਉਧਰ ਹੀ ਕਰੰਟ ਹੋਏਗਾ। ਜਾਂ ਅਸੀਂ ਕਹਿ ਸਕਦੇ ਹਾਂ ਜਿੱਧਰ ਨੂੰ ਇਲੈਕਟ੍ਰੋਨ ਜਾਣਗੇ ਉਹਦੇ ਆਪੋਜੀਟ ਰੱਖਣੀ ਹੈ, ਕਿਉਂਕਿ ਕਰੰਟ ਕਿੱਧਰ ਮੰਨਦੇ ਆ? ਇਲੈਕਟ੍ਰੋਨ ਦੇ ਆਪੋਜੀਟ ਡਾਇਰੈਕਸ਼ਨ 'ਚ। ਦੋ ਤਰੀਕੇ ਨਾਲ ਯਾਦ ਰੱਖੋ ਇਸ ਨੂੰ, ਯਾਨੀ ਕਿ ਕਰੰਟ ਦੀ ਡਾਇਰੈਕਸ਼ਨ 'ਚ ਰੱਖਣੀ ਹੈ। ਇੱਕ ਆ ਤਰੀਕਾ ਹੋ ਗਿਆ। ਤੇ ਜੇ ਚਾਰਜ ਦੀ ਗੱਲ ਕਰੀਏ ਫਿਰ ਪੋਜ਼ਿਟਿਵ ਚਾਰਜ ਦੀ ਡਾਇਰੈਕਸ਼ਨ 'ਚ ਰੱਖਣੀ ਹੈ। ਤੇ ਜੇ ਇਲੈਕਟ੍ਰੋਨ ਦੀ ਗੱਲ ਕਰੀਏ ਨੈਗੇਟਿਵ ਦੀ, ਉਹਦੇ ਅਗੇਂਸਟ ਰੱਖਣੀ। ਜੇ ਇਲੈਕਟ੍ਰੋਨ ਇੱਧਰ ਨੂੰ ਜਾ ਰਿਹਾ ਹੈ ਤੇ ਫਿੰਗਰ ਇੱਧਰ ਨੂੰ ਰੱਖਾਂਗੇ, ਤੇ ਜੇ ਇਲੈਕਟ੍ਰੋਨ ਇੱਧਰ ਜਾ ਰਿਹਾ ਹੈ ਤੇ ਫਿੰਗਰ ਅਸੀਂ ਨੀਚੇ ਨੂੰ ਰੱਖਣੀ, ਕਿਉਂਕਿ ਕਰੰਟ ਨੀਚੇ ਨੂੰ ਆਏਗਾ। ਇਹ ਚੀਜ਼ ਦਾ ਧਿਆਨ ਰੱਖਣਾ ਹੈ। ਨਾਓ ਦਿਸ ਇਜ਼ ਮੈਗਨੈਟਿਕ ਫੀਲਡ ਡਾਇਰੈਕਸ਼ਨ, ਦਿਸ ਇਜ਼ ਕਰੰਟ। ਤੇ ਜਿਹੜਾ ਸਾਡਾ ਥੰਬ ਹੈ that give the direction of the Lorentz force। ਇਹ ਸਾਨੂੰ ਜਿਹੜੀ ਹੈ ਫੋਰਸ ਦੀ ਡਾਇਰੈਕਸ਼ਨ ਬਾਰੇ ਜਿਹੜਾ ਹੈ ਦੱਸੇਗਾ। ਨਾਓ ਇਸ ਆਰਟੀਕਲ 'ਚ ਅਸੀਂ ਦੇਖਦੇ ਹਾਂ ਫਸਟ ਫਿੰਗਰ ਲਾਈਕ ਦਿਸ। ਇੱਧਰ ਕਿਉਂ ਗਈ? ਫਿਰ ਦੇਖੋ ਫਸਟ ਫਿੰਗਰ ਨੂੰ ਆਪਾਂ ਇੱਧਰ ਕਿਉਂ ਰੱਖਿਆ? ਇਟ ਇਜ਼ ਇਨ ਦਾ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ। ਨਾਓ ਕਰੰਟ ਤੇ ਉੱਪਰ ਨੂੰ ਜਾ ਰਿਹਾ ਹੈ
ਜੇ ਕਰੰਟ ਉੱਪਰ ਨੂੰ ਹੈ ਤੇ ਇਹ ਫਿੰਗਰ ਅਸੀਂ ਉੱਪਰ ਨੂੰ ਰੱਖਾਂਗੇ ਲਾਈਕ ਦਿਸ। ਦੇਖੋ ਸਾਡਾ ਹੈਂਡ ਜਿਹੜਾ ਇਸ ਤਰ੍ਹਾਂ ਮੋੜਨਾ ਪਏਗਾ। this is the direction of current, now this is the direction of magnetic field। ਤੇ ਥੰਬ ਦੇਖੋ ਬੇਟਾ ਮੇਰਾ ਇਧਰ ਨੂੰ ਗਿਆ, ਥੰਬ ਇਸ ਡਾਇਰੈਕਸ਼ਨ ਚ ਆਉਣ ਦਾ ਮਤਲਬ ਹੈ ਕਿ ਸਾਡੇ ਕੋਲ ਇਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਹੈ ਉਹ ਆਏਗੀ ਸਾਡੀ ਲੌਰੈਂਜ ਫੋਰਸ। now that force will be along in this direction। now this is a method to find the direction of the force experienced by the current carrying wire। now what will happen, ਮੰਨ ਲਓ ਇੱਥੇ ਸਾਡੇ ਕੋਲ ਡਾਟ ਹੁੰਦਾ, ਇਹਦਾ ਮਤਲਬ ਮੈਗਨੈਟਿਕ ਫੀਲਡ ਪਰਪੈਂਡੀਕੂਲਰ ਆਊਟਵਰਡ, ਤੇ ਮੈਂ ਫਿੰਗਰ ਇਸ ਤਰ੍ਹਾਂ ਰੱਖਣੀ ਸੀ ਤੇ ਇਹ ਕਿੱਧਰ ਜਾਏਗਾ, ਇਹ ਤੇ ਸਾਡਾ ਕਰੰਟ ਵਾਲੇ ਪਾਸੇ ਜਾਣਾ ਹੈ, ਇਹ ਇੱਧਰ ਰਹੇਗਾ। ਆ ਦੇਖੋ ਇਹ ਇੱਧਰ ਹੀ ਰਿਹਾ ਮੈਗਨੈਟਿਕ ਫੀਲਡ, ਤੇ ਇਹ ਕਿੱਧਰ ਗਿਆ ਕਰੰਟ ਵਾਲੇ ਪਾਸੇ ਉੱਪਰ ਲਾਈਕ ਦਿਸ। ਤੇ ਥੰਬ ਮੇਰਾ ਦੇਖੋ ਇਸ ਡਾਇਰੈਕਸ਼ਨ ਚ ਹੋ ਗਿਆ। ਇਹਦਾ ਮਤਲਬ ਜੇ ਡਾਟ ਹੋਏਗੀ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਹੈ ਇਸ ਡਾਇਰੈਕਸ਼ਨ ਤੋਂ ਜਿਹੜੀ ਹੈ ਆਪੋਜ਼ਿਟ ਡਾਇਰੈਕਸ਼ਨ ਤੁਹਾਡੇ ਕੋਲ ਆ ਜਾਏਗੀ। ਇਸ ਤਰ੍ਹਾਂ ਜਿਹੜਾ ਅਸੀਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਲੱਭਣੀ ਹੈ ਵਿਦ ਦਾ ਹੈਲਪ ਆਫ ਫਲੈਮਿੰਗ ਲੈਫਟ ਹੈਂਡ ਰੂਲ। ਤੇ ਫਲੈਮਿੰਗ ਲੈਫਟ ਹੈਂਡ ਰੂਲ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਤੁਸੀਂ ਯਾਦ ਰੱਖਣੀ ਹੈ, ਕਿਉਂਕਿ ਪੇਪਰ ਦੇ ਵਿੱਚ 1 ਮਾਰਕਸ ਦੀ ਡੈਫੀਨੇਸ਼ਨ ਵੀ ਆਉਂਦੀ ਹੈ। ਥੈਂਕ ਯੂ।